Attention Outlook। ਚੰਦਰਮਾ ਦੀਆਂ ਤਿਥੀਆਂ ਤੋਂ ਬਾਅਦ ਅਗਲਾ ਅਧਿਆਏ ਵਾਰ ਦਾ ਸ਼ੁਰੂ ਹੁੰਦਾ ਹੈ। ਇਹ ਵਾਰ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਦੁਆਰਾ ਰਚਿਤ ਗੁਰਬਾਣੀ ਹੈ। ਆਓ ਸਰਵਣ ਕਰੀਏ। ਸ਼ਲੋਕ। ਦੁਖ ਬਿਨਸੇ ਸਹਸਾ ਗਇਓ, ਸ਼ਰਨ ਗਹੀ ਹਰ ਰਾਏ। ਮਨ ਚਿੰਦੇ ਫਲ ਪਾਇਆ, ਨਾਨਕ ਹਰ ਗੁਣ ਗਾਏ। ਹੇ ਨਾਨਕ, ਜਿਸ ਮਨੁੱਖ ਨੇ ਪ੍ਰਭੂ ਪਾਤਸ਼ਾਹ ਦਾ ਆਸਰਾ ਲੈ ਲਿਆ, ਸ਼ਰਨ ਗਹੀ ਹਰ ਰਾਏ, ਉਸਦੇ ਸਾਰੇ ਹੀ ਦੁੱਖ ਨਾਸ ਹੋ ਜਾਂਦੇ ਹਨ, ਉਹਦੇ ਸਾਰੇ ਹੀ ਸਹਿਮ ਦੂਰ ਹੋ ਜਾਂਦੇ ਹਨ। ਪ੍ਰਮਾਤਮਾ ਦੇ ਗੁਣ ਗਾ ਕੇ ਉਹ ਮਨੁੱਖ ਆਪਣੇ ਮਨ ਵਿੱਚ ਚਿਤਵੇ ਹੋਏ ਸਾਰੇ ਹੀ ਫਲ ਹਾਸਲ ਕਰ ਲੈਂਦਾ ਹੈ। ਇੱਕ ਚੀਜ਼, ਇੱਕ ਗੱਲ ਬੜਾ ਧਿਆਨ ਮੰਗਦੀ ਹੈ। ਗੁਰਬਾਣੀ ਦੇ ਵਿੱਚ ਕਾਫੀ ਵਾਰ ਮਨ ਚਿੰਦਿਆ ਫਲ, ਇਹਨਾਂ ਸ਼ਬਦਾਂ ਦੀ ਵਰਤੋਂ ਹੋਈ ਹੈ ਤੇ ਇਹ ਦਰਸਾਇਆ ਗਿਆ ਹੈ ਕਿ ਜਦ ਅਸੀਂ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਹਾਂ, ਅਸੀਂ ਮਨ ਚਿੰਦਿਆ ਫਲ ਪ੍ਰਾਪਤ ਕਰ ਲੈਂਦੇ ਹਾਂ। ਇਹਨਾਂ ਸ਼ਬਦਾਂ ਨੂੰ ਡੂੰਘਾਈ ਤੋਂ ਵਾਚੀਏ ਤਾਂ ਇੱਕ ਤੱਥ ਸਾਹਮਣੇ ਆਉਂਦਾ ਹੈ। ਉਹ ਤੱਥ ਇਹ ਹੈ ਕਿ ਮਨ ਚਿੰਦਿਆ ਫਲ ਪ੍ਰਾਪਤ ਹੁੰਦਾ ਹੈ, ਮਨ ਚਿੰਦੀ ਹੋਈ ਵਸਤੂ ਪ੍ਰਾਪਤ ਨਹੀਂ ਹੁੰਦੀ। ਇਸ ਤੱਥ ਨੂੰ ਹੋਰ ਵੀ ਵਿਸਥਾਰ ਦੇ ਵਿੱਚ ਇਸੇ ਵੀਡੀਓ ਦੇ ਵਿੱਚ ਵਿਚਾਰਾਂਗੇ ਅੱਗੇ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ। ਪੌੜੀ। ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ। ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਜੇਕਰ ਕੋਈ ਮਨੁੱਖ ਪ੍ਰਮਾਤਮਾ ਦੇ ਗੁਣ ਗਾਏ ਜਾਂ ਪ੍ਰਮਾਤਮਾ ਦੇ ਗੁਣ ਸੁਣੇ, ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਸੁਣੇ, ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਦੀ ਵਿਚਾਰ ਕਰੇ, ਉਹਨੂੰ ਸਮਝੇ, ਆਪਣੇ ਮਨ ਦੇ ਵਿੱਚ ਵਸਾਵੇ। ਬੇਸ਼ੱਕ ਕੋਈ ਮਨੁੱਖ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਉਪਦੇਸ਼ ਹੋਰਨਾਂ ਨੂੰ ਕਰੇ, ਉਹ ਖੁਦ ਵੀ ਪ੍ਰਮਾਤਮਾ ਦੀ ਸਿਫਤ ਸਲਾਹ ਕਰੇ, ਪ੍ਰਮਾਤਮਾ ਦੀ ਸਿਫਤ ਸਲਾਹ ਕਰਨ ਦਾ ਉਪਦੇਸ਼ ਵੀ ਹੋਰਨਾਂ ਨੂੰ ਦੇਵੇ। ਕੋ ਦ੍ਰਿੜੈ, ਕੋਈ ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਆਪਣੇ ਮਨ ਦੇ ਵਿੱਚ ਪੱਕਿਆਂ ਕਰ ਲਵੇ। ਇਹਨਾਂ ਸਾਰਿਆਂ ਦੇ ਵਿੱਚੋਂ ਕੋਈ ਮਨੁੱਖ ਕੁਝ ਵੀ ਕਰੇ, ਉਸ ਮਨੁੱਖ ਦਾ ਵਿਕਾਰਾਂ ਤੋਂ ਬਚਾਓ ਹੋ ਜਾਂਦਾ ਹੈ। ਗੁਰਬਾਣੀ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਹੈ। ਗੁਰਬਾਣੀ ਦੇ ਅੱਖਰ ਅੱਖਰ ਦੇ ਵਿੱਚ ਸਾਨੂੰ ਪ੍ਰਮਾਤਮਾ ਦੀ ਸਿਫਤ ਸਲਾਹ ਪੜ੍ਹਨ ਨੂੰ ਮਿਲਦੀ ਹੈ। ਸੋ ਗੁਰਬਾਣੀ ਨੂੰ ਬੇਸ਼ੱਕ ਅਸੀਂ ਖੁਦ ਪੜ੍ਹੀਏ, ਬੇਸ਼ੱਕ ਅਸੀਂ ਕਿਸੇ ਦੁਆਰਾ ਪੜ੍ਹੀ ਹੋਈ ਨੂੰ ਸੁਣ ਲਈਏ, ਬੇਸ਼ੱਕ ਅਸੀਂ ਗੁਰਬਾਣੀ ਦੀ ਸਿੱਖਿਆ ਕਿਸੇ ਦੂਸਰੇ ਮਨੁੱਖ ਨੂੰ ਦੇ ਦਈਏ, ਸਾਡਾ ਵਿਕਾਰਾਂ ਤੋਂ ਬਚਾਓ ਜ਼ਰੂਰ ਹੋਏਗਾ। ਜੇਕਰ ਅਸੀਂ ਗੁਰਬਾਣੀ ਨੂੰ ਸਮਝ ਕੇ ਪੜ੍ਹੀਏ, ਸੁਣੀਏ, ਤਾਂ ਸਾਡੇ ਮਨ ਦੇ ਵਿੱਚ ਗੁਰਬਾਣੀ ਦਾ ਭਾਵ ਤੇ ਆਪਣੇ ਆਪ ਹੀ ਪੱਕਾ ਹੋ ਜਾਏਗਾ, ਉਹਨੂੰ ਅਸੀਂ ਰੋਕ ਹੀ ਨਹੀਂ ਪਾਵਾਂਗੇ। ਜਿਸ ਮਨੁੱਖ ਨੇ ਗੁਰਬਾਣੀ ਸਿਰਫ ਉੱਪਰੋਂ ਪੜ੍ਹਨੀ ਹੈ, ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ, ਉਹ ਹੋ ਸਕਦਾ ਹੈ ਕਿ ਇਹ ਕਹਿ ਦੇਵੇ ਕਿ ਇਸ ਵਿੱਚ ਐਡਾ ਵੀ ਕੋਈ ਖਾਸ ਨਹੀਂ, ਪਰ ਜਿਸ ਨੇ ਸਮਝਣ ਦੀ ਕੋਸ਼ਿਸ਼ ਕੀਤੀ, ਉਹਨੂੰ ਗੁਰਬਾਣੀ ਸਮਝ ਵੀ ਆਏਗੀ ਤੇ ਉਹ ਫਿਰ ਇਹ ਕਹਿ ਹੀ ਨਹੀਂ ਪਾਏਗਾ ਕਿ ਇਸ ਵਿੱਚ ਐਡਾ ਵੀ ਕੁਝ ਖਾਸ ਨਹੀਂ। ਉਹਦੇ ਮਨ ਦੇ ਵਿੱਚ ਗੁਰਬਾਣੀ ਦਾ ਭਾਵ ਪੱਕਾ ਹੋ ਜਾਏਗਾ। ਗੁਰਬਾਣੀ ਦੀ ਮਹੱਤਤਾ ਨੂੰ ਅਸੀਂ ਤਾਂ ਹੀ ਸਮਝ ਸਕਦੇ ਹਾਂ ਜੇਕਰ ਗੁਰਬਾਣੀ ਨੂੰ ਸਮਝਾਂਗੇ। ਕਈ ਵਾਰ ਨਾਸਤਕ ਲੋਕ ਜੋ ਪ੍ਰਮਾਤਮਾ ਨੂੰ ਨਹੀਂ ਮੰਨਦੇ, ਉਹ ਧਰਮ ਦੇ ਉੱਤੇ ਚੋਟ ਕਰਦੇ ਕਰਦੇ ਗੁਰਬਾਣੀ ਤੇ ਵੀ ਚੋਟ ਕਰ ਜਾਂਦੇ ਹਨ। ਤਾਂ ਅਜਿਹੇ ਮੌਕੇ ਕਈ ਵਾਰ ਹਾਸੀ ਵੀ ਆ ਜਾਂਦੀ ਹੈ ਕਿ ਭਲਿਓ ਲੋਕੋ, ਜੇਕਰ ਤੁਸੀਂ ਗੁਰਬਾਣੀ ਪੜ੍ਹੀ ਹੁੰਦੀ ਤੇ ਸਮਝੀ ਹੁੰਦੀ ਤੇ ਗੁਰਬਾਣੀ ਤੇ ਇਸ ਪ੍ਰਕਾਰ ਤੁਸੀਂ ਚੋਟ ਨਹੀਂ ਸੀ ਕਰਦੇ। ਸੋ ਕੋਈ ਗਾਵੈ ਕੋ ਸੁਣੈ, ਕੋਈ ਕਰੈ ਵਿਚਾਰ। ਕੋ ਉਪਦੇਸ਼ੈ ਕੋ ਦ੍ਰਿੜੈ, ਤਿਸ ਕਾ ਹੋਏ ਉਧਾਰ। ਅੱਗੇ ਗੁਰੂ ਜੀ ਕਹਿੰਦੇ, ਕਿਲ ਵਿਖ ਕਾਟੈ ਹੋਏ ਨਿਰਮਲਾ। ਜਨਮ ਜਨਮ ਮਲ ਜਾਏ, ਹਲਤ ਪਲਤ ਮੁਖ ਉਜਲਾ। ਨਾ ਪੋਹੈ ਤਿਸ ਮਾਏ। ਜਿੰਨਾ ਵੀ ਜੀਵਨ ਅਸੀਂ ਬਤੀਤ ਕਰਦੇ ਹਾਂ, ਖਾਸ ਕਰਕੇ ਜਦੋਂ ਤੱਕ ਅਸੀਂ ਗੁਰਬਾਣੀ ਨਾਲ ਨਹੀਂ ਸੀ ਜੁੜੇ, ਉਦੋਂ ਤੱਕ ਜੋ ਅਸੀਂ ਜੀਵਨ ਬਤੀਤ ਕਰ ਰਹੇ ਸੀ, ਉਸ ਜੀਵਨ ਦੇ ਵਿੱਚ ਅਸੀਂ ਕਈ ਪ੍ਰਕਾਰ ਦੇ ਕਾਰਜ ਕਰਦੇ ਹਾਂ ਜੋ ਸਾਡੀ ਸੋਚ ਨੂੰ ਪਾਪੀ ਵੀ ਕਰਦੇ ਹਨ। ਬਹੁਤ ਸਾਰੇ ਕਾਰਜ ਇਸ ਪ੍ਰਕਾਰ ਦੇ ਅਸੀਂ ਕਰ ਜਾਂਦੇ ਹਾਂ
ਜੋ ਸਾਡੀ ਸੋਚ ਨੂੰ ਪਾਪੀ ਕਰ ਜਾਂਦੇ ਹਨ, ਜੋ ਸਾਡੇ ਅੰਦਰ ਵਿਕਾਰ ਭਰ ਜਾਂਦੇ ਹਨ। ਪਰ ਜਦੋਂ ਅਸੀਂ ਗੁਰਬਾਣੀ ਦੇ ਲੜ ਲੱਗ ਗਏ, ਪਰਮਾਤਮਾ ਦੇ ਲੜ ਲੱਗ ਗਏ, ਤਾਂ ਕਿਲਬਿਖ ਕਾਟੈ ਹੋਏ ਨਿਰਮਲਾ। ਸਾਡੇ ਅੰਦਰਲੇ ਵਿਕਾਰ ਕੱਟੇ ਜਾਂਦੇ ਹਨ, ਸਾਡਾ ਜੀਵਨ ਪਵਿੱਤਰ ਹੋ ਜਾਂਦਾ ਹੈ। ਜਨਮ ਜਨਮ ਮਲ ਜਾਏ। ਹੁਣ ਤੱਕ ਦੀ ਜ਼ਿੰਦਗੀ ਦੇ ਵਿੱਚ ਜੋ ਵੀ ਅਸੀਂ ਮੈਲ ਇਕੱਠੀ ਕੀਤੀ ਸੀ, ਸਾਡੇ ਮਨ ਦੇ ਉੱਪਰ ਵਿਕਾਰਾਂ ਦੀ ਜੋ ਮੈਲ ਲੱਗ ਗਈ ਸੀ, ਉਹ ਦੂਰ ਹੋ ਜਾਂਦੀ ਹੈ। ਹਲਤ ਪਲਤ ਮੁਖ ਉਜਲਾ। ਸਾਡੀ ਜ਼ਿੰਦਗੀ ਬੇਸ਼ੱਕ ਸਹੀ ਚੱਲ ਰਹੀ ਹੋਵੇ, ਠੀਕ ਠਾਕ ਚੱਲ ਰਹੀ ਹੋਵੇ, ਤੇ ਬੇਸ਼ੱਕ ਅਸੀਂ ਕਿਸੇ ਸੰਕਟ ਦੀ ਘੜੀ ਦੇ ਵਿੱਚ ਹੋਈਏ, ਸਾਡਾ ਮੁਖ ਉਜਲਾ ਹੀ ਰਹਿੰਦਾ ਹੈ, ਸਾਡੇ ਮੁਖ ਤੇ ਤੇਜ਼ ਹੀ ਰਹਿੰਦਾ ਹੈ। ਨਾ ਪੋਹੈ ਤਿਸ ਮਾਏ। ਮਾਇਆ ਉਸ ਮਨੁੱਖ ਤੇ ਆਪਣਾ ਕੋਈ ਪ੍ਰਭਾਵ ਨਹੀਂ ਪਾ ਸਕਦੀ। ਮਾਇਆ ਨਿਰਧਾਰਤ ਨਹੀਂ ਕਰ ਪਾਉਂਦੀ ਕਿ ਉਸ ਮਨੁੱਖ ਦਾ, ਕਿਹੜਾ ਮਨੁੱਖ ਜਿਸ ਨੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਪਣੇ ਆਪ ਨੂੰ ਲਿਜਾਇਆ ਹੋਇਆ ਹੈ, ਜੋ ਪਰਮਾਤਮਾ ਦੀ ਸ਼ਰਨ ਦੇ ਵਿੱਚ ਬੈਠਾ ਹੈ, ਉਸ ਮਨੁੱਖ ਦੇ ਜੀਵਨ ਨੂੰ ਮਾਇਆ ਨਿਰਧਾਰਤ ਨਹੀਂ ਕਰਦੀ। ਨਾ ਪੋਹੈ ਤਿਸ ਮਾਈ। ਸੋ ਸੁਰਤਾ ਸੋ ਵੈਸ਼ਨੋ ਸੋ ਗਿਆਨੀ ਧਨਵੰਤ, ਸੋ ਸੂਰਾ ਕੁਲਵੰਤ ਸੋਏ ਜਿਨ ਭਜਿਆ ਭਗਵੰਤ। ਜਿਸ ਮਨੁੱਖ ਨੇ ਪਰਮਾਤਮਾ ਦਾ ਭਜਨ ਕੀਤਾ, ਭਗਵਾਨ ਦਾ ਭਜਨ ਕੀਤਾ, ਉਹੀ ਮਨੁੱਖ ਸੁਰਤਾ ਹੈ। ਸੁਰਤਾ ਤੋਂ ਭਾਵ ਕਿ ਜਿਸ ਨੇ ਆਪਣੀ ਸੁਰਤ ਪ੍ਰਭੂ ਦੇ ਚਰਨਾਂ ਵਿੱਚ ਜੋੜੀ ਹੋਈ ਹੈ। ਸੋ ਵੈਸ਼ਨੋ, ਉਹੀ ਵੈਸ਼ਨੋ ਹੈ, ਸੁੱਚੇ ਆਚਰਣ ਵਾਲਾ ਭਗਤ ਹੈ। ਸੋ ਗਿਆਨੀ ਧਨਵੰਤ, ਗਿਆਨਵਾਨ ਵੀ ਉਹ ਮਨੁੱਖ ਹੈ, ਧਨਾੜ ਵੀ ਉਹ ਮਨੁੱਖ ਹੈ। ਸੋ ਸੂਰਾ ਕੁਲਵੰਤ, ਉਹ ਮਨੁੱਖ ਅਸਲ ਸੂਰਮਾ ਵੀ ਹੈ ਤੇ ਉੱਚੀ ਕੁੱਲ ਵਾਲਾ ਵੀ ਹੈ। ਇਹ ਸਾਰੇ ਗੁਣ ਉਸ ਮਨੁੱਖ ਦੇ ਵਿੱਚ ਪੈਦਾ ਹੋ ਜਾਂਦੇ ਹਨ ਜਿਸ ਨੇ ਭਜਿਆ ਭਗਵੰਤ, ਭਗਵਾਨ ਦਾ ਭਜਨ ਕੀਤਾ। ਖੱਤਰੀ ਬ੍ਰਾਹਮਣ ਸ਼ੂਦ ਬੈਸ, ਉਧਰੈ ਸਿਮਰ ਚੰਡਾਲ, ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੈ ਰਵਾਲ। ਗੁਰੂ ਜੀ ਕਹਿੰਦੇ ਕਿ ਭਾਵੇਂ ਕੋਈ ਖੱਤਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਬੈਸ ਹੋਵੇ ਜਾਂ ਚੰਡਾਲ ਹੋਵੇ, ਇਹ ਸਾਰੇ ਹੀ ਉਧਰੈ ਸਿਮਰ, ਪਰਮਾਤਮਾ ਦਾ ਸਿਮਰਨ ਕਰਕੇ ਉਧਰ ਜਾਂਦੇ ਹਨ, ਵਿਕਾਰਾਂ ਤੋਂ ਬਚ ਜਾਂਦੇ ਹਨ। ਤੇ ਅੱਗੇ ਕਹਿੰਦੇ ਹਨ, ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੈ ਰਵਾਲ। ਜਿਸ ਵੀ ਮਨੁੱਖ ਨੇ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਹੈ, ਪਰਮਾਤਮਾ ਨੂੰ ਆਪਣਾ ਕਰਕੇ ਜਾਣਿਆ ਹੈ, ਨਾਨਕ ਉਸ ਦੇ ਚਰਨਾਂ ਦੀ ਧੂੜ ਮੰਗਦਾ ਹੈ। ਗੌੜੀ ਕੀ ਵਾਰ ਮਹਿਲਾ ਚੌਥਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਿਲਾ ਚੌਥਾ। ਸਤਿਗੁਰ ਪੁਰਖ ਦਇਆਲ ਹੈ, ਜਿਸਨੂੰ ਸਮਤ ਸਭ ਕੋਏ, ਏਕ ਦ੍ਰਿਸ਼ਟ ਕਰ ਦੇਖਦਾ, ਮਨ ਭਾਵਨੀ ਤੇ ਸਿੱਧ ਹੋਏ। ਸਤਿਗੁਰੂ ਸਭ ਜੀਆਂ ਤੇ ਮਿਹਰ ਕਰਨ ਵਾਲਾ ਹੈ, ਦਇਆਲ ਪੁਰਖ ਹੈ, ਜਿਸ ਨੂੰ ਸਮਤ ਸਭ ਕੋਏ। ਸਮਤ ਤੋਂ ਭਾਵ ਇੱਕੋ ਜਿਹਾ, ਹਰ ਇੱਕ ਜੀਵ ਸਤਿਗੁਰੂ ਦੇ ਲਈ ਇੱਕੋ ਜਿਹਾ ਹੈ। ਕੋਈ ਵੀ ਦੋ ਜੀਵ ਉਹਦੇ ਲਈ ਵੱਖਰੇ ਵੱਖਰੇ ਨਹੀਂ ਹਨ। ਏਕ ਦ੍ਰਿਸ਼ਟ ਕਰ ਦੇਖਦਾ, ਉਹ ਸਾਰੇ ਹੀ ਜੀਵਾਂ ਨੂੰ ਇੱਕੋ ਨਿਗਾਹ ਨਾਲ ਵੇਖਦਾ ਹੈ। ਪਰ ਮਨ ਭਾਵਨੀ ਤੇ ਸਿੱਧ ਹੋਏ, ਪਰ ਜੀਵ ਨੂੰ ਆਪਣੇ ਉਦਮ ਦੀ ਸਫਲਤਾ ਆਪਣੇ ਮਨ ਦੀ ਭਾਵਨਾ ਕਰਕੇ ਹੁੰਦੀ ਹੈ। ਜਿਸ ਪ੍ਰਕਾਰ ਦੀ ਤੁਹਾਡੇ ਮਨ ਦੇ ਵਿੱਚ ਭਾਵਨਾ ਹੋਏਗੀ ਕੋਈ ਵੀ ਕਾਰਜ ਕਰਦੇ ਹੋਏ, ਉਸੇ ਪ੍ਰਕਾਰ ਦਾ ਹੀ ਤੁਹਾਨੂੰ ਉਸ ਕਾਰਜ ਦਾ ਨਤੀਜਾ ਮਿਲੇਗਾ, ਸਿੱਟਾ ਮਿਲੇਗਾ। ਭਾਵਨਾ ਵੀ ਮਾਨਸਿਕ ਹੈ, ਸਿੱਟਾ ਵੀ ਮਾਨਸਿਕ ਹੈ। ਦੁਨਿਆਵੀ ਪੱਧਰ ਤੇ ਸਰੀਰਕ ਤੌਰ ਤੇ ਤੁਸੀਂ ਜਿਸ ਪ੍ਰਕਾਰ ਕਾਰਜ ਕਰੋਗੇ, ਸਰੀਰਕ ਤੌਰ ਤੇ ਉਸ ਪ੍ਰਕਾਰ ਦਾ ਨਤੀਜਾ ਮਿਲ ਜਾਏਗਾ। ਪਰ ਮਾਨਸਿਕ ਤੌਰ ਤੇ ਜਿਸ ਭਾਵਨਾ ਨੂੰ ਲੈ ਕੇ ਤੁਸੀਂ ਕੋਈ ਕਾਰਜ ਕਰਦੇ ਹੋ, ਉਸ ਭਾਵਨਾ ਦੇ ਅਨੁਸਾਰ ਹੀ ਤੁਹਾਨੂੰ ਫਲ ਮਿਲਦਾ ਹੈ। ਉਦਾਹਰਣ ਦੇ ਤੌਰ ਤੇ ਮੰਨ ਲਓ ਤੁਹਾਡੇ ਸਾਹਮਣੇ ਕੋਈ ਲਾਚਾਰ ਮਨੁੱਖ ਆ ਜਾਏ। ਉਹ ਲਾਚਾਰੀ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ। ਹੋ ਸਕਦਾ ਹੈ ਕਿ ਉਹ ਮਨੁੱਖ ਸਰੀਰਕ ਤੌਰ ਤੇ ਲਾਚਾਰ ਹੋਵੇ, ਕੁਝ ਨਾ ਕਰ ਪਾ ਰਿਹਾ ਹੋਵੇ ਤੇ ਉਹਨੂੰ ਮਦਦ ਦੀ ਜ਼ਰੂਰਤ ਹੋਵੇ। ਹੋ ਸਕਦਾ ਹੈ ਉਹ ਮਨੁੱਖ ਆਰਥਿਕ ਤੌਰ ਤੇ ਲਾਚਾਰ ਹੋਵੇ, ਕੁਝ ਕਰਨਾ ਚਾਹੁੰਦਾ ਹੋਵੇ, ਕੁਝ ਪਾਉਣਾ ਚਾਹੁੰਦਾ ਹੋਵੇ,
ਪਰ ਨਾ ਪਾ ਰਿਹਾ ਹੋਵੇ ਤੇ ਉਹਨੂੰ ਮਦਦ ਦੀ ਜ਼ਰੂਰਤ ਹੋਵੇ। ਹੋਰ ਵੀ ਸਪਸ਼ਟ ਕਰ ਲਈਏ। ਉਦਾਹਰਨ, ਮੰਨ ਲਓ ਕਿ ਤੁਹਾਡੇ ਕੋਲ ਕੋਈ ਮਨੁੱਖ ਆਏ ਤੇ ਇਹ ਕਹੇ ਕਿ ਉਹਨੂੰ ਪੈਸਿਆਂ ਦੀ ਜ਼ਰੂਰਤ ਹੈ। ਉਹਦਾ ਕੋਈ ਕਰੀਬੀ ਹਸਪਤਾਲ ਦੇ ਵਿੱਚ ਹੈ, ਜ਼ੇਰੇ ਇਲਾਜ ਹੈ, ਪੈਸਿਆਂ ਦੀ ਸਖਤ ਜ਼ਰੂਰਤ ਹੈ। ਉੱਥੇ ਤੁਸੀਂ ਦੋ ਕਾਰਜ ਕਰੋਗੇ। ਤੁਸੀਂ ਮੰਨ ਲਓ ਕਿ ਤੁਹਾਡੇ ਕੋਲ ਪੈਸਾ ਵੀ ਹੈ, ਤੁਸੀਂ ਦੇਣ ਦੇ ਲਈ ਰਾਜ਼ੀ ਵੀ ਹੋ ਜਾਂਦੇ ਹੋ, ਤਾਂ ਉੱਥੇ ਤੁਸੀਂ ਦੋ ਕਾਰਜ ਕਰੋਗੇ। ਇੱਕ ਕਾਰਜ ਹੋਏਗਾ ਸਰੀਰਕ, ਆਪਣੇ ਹੱਥਾਂ ਦੇ ਨਾਲ ਤੁਸੀਂ ਪੈਸਾ ਉਸ ਮਨੁੱਖ ਨੂੰ ਦਿਓਗੇ। ਉਹਦਾ ਸਿੱਟਾ ਹੋਏਗਾ ਸਰੀਰਕ, ਕਿ ਉਹ ਪੈਸਾ ਜੋ ਵੀ ਜੇਰੇ ਇਲਾਜ ਸੀ, ਉਹਦੇ ਇਲਾਜ ਤੇ ਖਰਚ ਹੋਏਗਾ, ਉਹ ਮਨੁੱਖ ਤੰਦਰੁਸਤ ਹੋ ਜਾਏਗਾ। ਦੂਜਾ ਪੱਖ ਹੋਏਗਾ ਮਾਨਸਿਕ। ਮਾਨਸਿਕ ਦੇ ਵਿੱਚ ਹੁਣ ਤੁਹਾਡੇ ਕੋਲੇ ਦੋ ਵਿਕਲਪ ਹਨ। ਇੱਕ ਤੇ ਇਹ ਹੈ ਕਿ ਤੁਸੀਂ ਉਸ ਮਨੁੱਖ ਨੂੰ ਪੈਸਾ ਦਿਓ ਤੇ ਇਹ ਸੋਚੋ ਕਿ ਮੈਂ ਇਹਦੀ ਸਹਾਇਤਾ ਕੀਤੀ ਹੈ ਤੇ ਬਦਲੇ ਦੇ ਵਿੱਚ ਇਹ ਵੀ ਮੇਰੇ ਲਈ ਕੁਝ ਕਰੇ, ਜਾਂ ਘੱਟੋ ਘੱਟ ਮੇਰਾ ਨਾਮ ਜ਼ਰੂਰ ਕਰੇ, ਮੈਂ ਆ ਗਈ। ਇੱਕ ਵਿਕਲਪ ਤੇ ਇਹ ਬਣਦਾ ਹੈ, ਤੇ ਇਸ ਵਿਕਲਪ ਨੂੰ ਲੈ ਕੇ ਚੱਲੋਗੇ, ਇਸ ਭਾਵਨਾ ਨੂੰ ਲੈ ਕੇ ਚੱਲੋਗੇ, ਤਾਂ ਨਤੀਜਾ ਕੀ ਮਿਲੇਗਾ ਤੁਹਾਨੂੰ? ਭਾਵਨਾਤਮਕ ਨਤੀਜਾ ਕੀ ਮਿਲੇਗਾ? ਮਾਨਸਿਕ ਨਤੀਜਾ ਕੀ ਮਿਲੇਗਾ? ਉਸ ਮਨੁੱਖ ਨੇ ਜੇਕਰ ਤੁਹਾਡਾ ਨਾਮ ਨਹੀਂ ਕੀਤਾ ਤਾਂ ਤੁਹਾਨੂੰ ਦੁੱਖ ਹੋਏਗਾ, ਜੇ ਕਰ ਦਿੱਤਾ ਤਾਂ ਤੁਹਾਡੀ ਹਉਮੈ ਨੂੰ ਬਲ ਮਿਲੇਗਾ। ਦੋਨੋਂ ਹੀ ਸੂਰਤ ਦੇ ਵਿੱਚ ਨਤੀਜਾ ਨਾ ਪੱਖੀ ਹੋਇਆ, ਨੈਗੇਟਿਵ ਹੋਇਆ। ਹੁਣ ਮਾਨਸਿਕ ਤੌਰ ਤੇ ਤੁਹਾਡੇ ਕੋਲ ਦੂਸਰਾ ਵਿਕਲਪ ਇਹ ਬਣਦਾ ਸੀ ਕਿ ਮੈਂ ਕਿਸੇ ਲਾਚਾਰ ਦੀ ਸਹਾਇਤਾ ਕੀਤੀ, ਪ੍ਰਮਾਤਮਾ ਨੇ ਮੈਨੂੰ ਇਸ ਯੋਗ ਬਣਾਇਆ ਕਿ ਮੈਂ ਕਰ ਸਕਦਾ ਸੀ। ਹੇ ਪ੍ਰਮਾਤਮਾ, ਮੈਂ ਤੇਰਾ ਧੰਨਵਾਦੀ ਹਾਂ ਕਿ ਤੂੰ ਮੈਨੂੰ ਇਹ ਮੌਕਾ ਬਖਸ਼ਿਆ। ਤੇ ਬਦਲੇ ਦੇ ਵਿੱਚ ਉੱਥੇ ਤੁਹਾਨੂੰ ਕੀ ਚਾਹੀਦਾ ਹੈ? ਕਿ ਉਹ ਇਨਸਾਨ ਤੰਦਰੁਸਤ ਹੋ ਜਾਏ, ਪ੍ਰਮਾਤਮਾ ਉਸ ਇਨਸਾਨ ਤੇ ਮਿਹਰ ਕਰੇ। ਉੱਥੇ ਜੇਕਰ ਉਹ ਇਨਸਾਨ ਤੰਦਰੁਸਤ ਨਹੀਂ ਵੀ ਹੁੰਦਾ, ਤੁਹਾਨੂੰ ਤਾਂ ਵੀ ਸੰਤੁਸ਼ਟੀ ਹੋਏਗੀ। ਜੇਕਰ ਹੋ ਗਿਆ ਤਾਂ ਵੀ ਸੰਤੁਸ਼ਟੀ ਹੋਏਗੀ। ਭਾਵਨਾ ਹਾਂ ਪੱਖੀ ਸੀ, ਪੋਜ਼ਿਟਿਵ ਸੀ, ਉਹਦਾ ਨਤੀਜਾ ਵੀ ਹਾਂ ਪੱਖੀ ਮਿਲਿਆ, ਪੋਜ਼ਿਟਿਵ ਮਿਲਿਆ, ਸੰਤੁਸ਼ਟੀ ਮਿਲੀ। ਇਹ ਗੱਲ ਮਨ ਚਿੰਦੇ ਫਲ ਜੋ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ, ਉਹਦੇ ਤੇ ਵੀ ਲਾਗੂ ਹੋ ਜਾਂਦੀ ਹੈ। ਉੱਥੇ ਵੀ ਅਸੀਂ ਸਰੀਰਕ ਤੇ ਮਾਨਸਿਕ ਕਿਸੇ ਵੀ ਕਾਰਜ ਨੂੰ ਇਹਨਾਂ ਦੋਹਾਂ ਪੱਖਾਂ ਤੋਂ ਵੇਖਣਾ ਹੈ। ਗੁਰਬਾਣੀ ਦੇ ਵਿੱਚ ਮਾਨਸਿਕ ਦੀ ਹੀ ਗੱਲ ਹੁੰਦੀ ਹੈ। ਜੋ ਮਨ ਚਿੰਦਿਆ ਫਲ ਸਾਨੂੰ ਮਿਲਣਾ ਹੈ, ਉਹ ਮਾਨਸਿਕ ਫਲ ਮਿਲਣਾ ਹੈ, ਸਰੀਰਕ ਨਹੀਂ। ਜਰੀਆ ਸਰੀਰਕ ਹੋ ਸਕਦਾ ਹੈ, ਪਰ ਫਲ ਮਾਨਸਿਕ ਹੋਏਗਾ। ਸਾਰਾਂਸ਼ ਦੇ ਵਿੱਚ ਇੱਕ ਉਦਾਹਰਣ ਲੈ ਕੇ ਇਸ ਗੱਲ ਨੂੰ ਵੀ ਅਸੀਂ ਹੋਰ ਡੂੰਘਾਈ ਦੇ ਨਾਲ ਵਾਚਾਂਗੇ। ਫਿਲਹਾਲ ਅੱਗੇ ਵਧਦੇ ਹਾਂ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਉੱਤਮ ਹਰ ਪਦ ਸੋਏ, ਨਾਨਕ ਕਿਰਪਾ ਤੇ ਹਰ ਧਿਆਈਐ, ਗੁਰਮੁਖ ਪਾਵੈ ਕੋਈ। ਸਤਿਗੁਰ ਵਿੱਚ ਅੰਮ੍ਰਿਤ ਹੈ, ਪ੍ਰਮਾਤਮਾ ਦਾ ਨਾਮ ਅੰਮ੍ਰਿਤ ਸਤਿਗੁਰੂ ਦੇ ਕੋਲ ਹੈ। ਉਹ ਪ੍ਰਮਾਤਮਾ ਉੱਤਮ ਹੈ, ਹਰ ਪਦ ਸੋਏ, ਸਤਿਗੁਰੂ ਦੇ ਨਾਲ ਮਿਲ ਕੇ ਹੀ ਸਾਡਾ ਪ੍ਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ। ਸਾਡੇ ਲਈ ਸਤਿਗੁਰੂ ਇਹ ਵੀ ਜਾਣ ਲੈਣਾ ਜ਼ਰੂਰੀ ਹੈ, ਅੱਜ ਦੇ ਯੁੱਗ ਵਿੱਚ ਸਾਡੇ ਕੋਲ ਸਤਿਗੁਰੂ ਸਾਡੇ ਗੁਰੂ ਸਾਹਿਬਾਨਾਂ ਭਗਤਾਂ ਦੁਆਰਾ ਰਚਿਤ ਇਹ ਗੁਰਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਹਨ, ਤੇ ਇਹ ਇੰਨੇ ਪਵਿੱਤਰ ਸਤਿਗੁਰੂ ਹਨ ਕਿ ਇਹਨਾਂ ਵਿੱਚ ਕਦੇ ਕੁਝ ਗੰਦਲਾ ਆ ਹੀ ਨਹੀਂ ਸਕਦਾ। ਦੁਨਿਆਵੀ ਤੌਰ ਤੇ ਜੇਕਰ ਕੋਈ ਗੁਰੂ ਬਣ ਕੇ ਬੈਠ ਵੀ ਜਾਏ, ਉਹਦੇ ਵਿੱਚ ਗੰਦਲਾਪਣ ਆਉਣਾ ਸੁਭਾਵਿਕ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਇਲਾਹੀ ਗੁਰੂ ਹਨ, ਸਤਿਗੁਰੂ ਹਨ। ਇਹਨਾਂ ਦੇ ਵਿੱਚ ਕਦੇ ਵੀ ਗੰਦਲਾਪਣ ਨਹੀਂ ਆਏਗਾ। ਇਸ ਗੱਲ ਦੀ ਸਾਨੂੰ ਸੰਤੁਸ਼ਟੀ ਹੈ। ਨਾਨਕ ਕਿਰਪਾ ਤੇ ਹਰ ਧਿਆਈਐ, ਗੁਰਮੁਖ ਪਾਵੈ ਕੋਈ। ਹੇ ਨਾਨਕ, ਪ੍ਰਮਾਤਮਾ ਦਾ ਨਾਮ, ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਮਨੁੱਖ ਸਿਮਰਦਾ ਹੈ। ਸਤਿਗੁਰੂ ਦੇ ਸਨਮੁਖ ਹੋ ਕੇ ਕੋਈ ਭਾਗਾਂ ਵਾਲਾ ਮਨੁੱਖ ਹੀ ਇਹ ਅਵਸਰ, ਇਹ ਮੌਕਾ ਹਾਸਲ ਕਰਦਾ ਹੈ। ਮਹਿਲਾ ਚੌਥਾ। ਹਉਮੈ ਮਾਇਆ ਸਭ ਬਿਖ ਹੈ, ਨਿਤ ਜਗ ਟੋਟਾ ਸੰਸਾਰ, ਲਾਹਾ ਹਰ ਧਨ ਖੱਟਿਆ, ਗੁਰਮੁਖ ਸ਼ਬਦ ਵਿਚਾਰ। ਮਾਇਆ ਤੋਂ ਉਪਜੀ ਹੋਈ ਹਉਮੈ ਨਿਰੋਲ ਜ਼ਹਿਰ ਦਾ ਕੰਮ ਕਰਦੀ ਹੈ, ਤੇ ਇਸ ਦੇ ਪਿੱਛੇ ਜੋ ਲੱਗ ਗਿਆ
ਉਹਨੂੰ ਜਗਤ ਦੇ ਵਿੱਚ ਸਦਾ ਹੀ ਘਾਟਾ ਹੈ। ਉਸ ਮਨੁੱਖ ਨੂੰ ਆਤਮਿਕ ਸੰਤੁਸ਼ਟੀ ਕਦੇ ਵੀ ਹਾਸਲ ਨਹੀਂ ਹੁੰਦੀ। ਦੂਜੇ ਪਾਸੇ ਲਾਹਾ ਹਰ ਧਨ ਖੱਟਿਆ ਗੁਰਮੁਖ ਸ਼ਬਦ ਵਿਚਾਰ, ਉਹ ਮਨੁੱਖ ਸੰਤੁਸ਼ਟ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਧਨ, ਪ੍ਰਭੂ ਦੇ ਨਾਮ ਧਨ ਦਾ ਲਾਹਾ ਸਤਿਗੁਰੂ ਦੇ ਸਨਮੁਖ ਰਹਿ ਕੇ ਸ਼ਬਦ ਦੀ ਵਿਚਾਰ ਦੁਆਰਾ ਖੱਟਿਆ। ਹਉਮੈ ਮੈਲ ਬਿਖ ਉਤਰੈ ਹਰ ਅੰਮ੍ਰਿਤ ਹਰ ਉਰ ਧਾਰ। ਉਸ ਪ੍ਰਮਾਤਮਾ ਦੇ ਨਾਮ ਨੂੰ ਤੇ ਉਸ ਪ੍ਰਮਾਤਮਾ ਨੂੰ ਹਿਰਦੇ ਦੇ ਵਿੱਚ ਜਦ ਅਸੀਂ ਧਾਰ ਲਈਏ ਤਾਂ ਸਾਡੀ ਆਤਮਾ ਤੋਂ, ਸਾਡੇ ਮਨ ਤੋਂ ਹਉਮੈ ਰੂਪ ਮੈਲ, ਹਉਮੈ ਰੂਪ ਜ਼ਹਿਰ ਉਤਰ ਜਾਂਦਾ ਹੈ। ਸਭ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ। ਜਿਨ੍ਹਾਂ ਗੁਰਮੁਖਾਂ ਤੇ ਉਹ ਪ੍ਰਮਾਤਮਾ ਕਿਰਪਾ ਕਰਦਾ ਹੈ ਉਹਨਾਂ ਦੇ ਸਾਰੇ ਹੀ ਕੰਮ ਸਫਲ ਹੋ ਜਾਂਦੇ ਹਨ। ਮਨੁੱਖਾ ਜਨਮ ਦੇ ਅਸਲ ਵਣਜ ਵਪਾਰ ਦੇ ਵਿੱਚ ਉਹਨਾਂ ਨੂੰ ਕਦੇ ਵੀ ਕੋਈ ਘਾਟਾ ਨਹੀਂ ਪੈਂਦਾ। ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਨਹਾਰ। ਹੇ ਨਾਨਕ, ਉਹੀ ਮਨੁੱਖ ਪ੍ਰਭੂ ਨੂੰ ਮਿਲੇ ਹਨ ਜੋ ਦਰਗਾਹ ਤੋਂ ਮਿਲੇ ਹਨ, ਜੋ ਧੁਰੋਂ ਹੀ ਮਿਲੇ ਹੋਏ ਹਨ, ਜਿਨ੍ਹਾਂ ਨੂੰ ਉਸ ਪ੍ਰਮਾਤਮਾ ਨੇ ਆਪ ਆਪਣੇ ਨਾਲ ਮਿਲਾਇਆ ਹੋਇਆ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਇੱਥੇ ਹੀ ਸਮਾਪਤੀ ਹੁੰਦੀ ਹੈ। ਕੀਤੇ ਹੋਏ ਵਾਅਦੇ ਮੁਤਾਬਕ ਮਨ ਚਿੰਦੇ ਫਲ ਨੂੰ ਹੋਰ ਵੀ ਡੂੰਘਾਈ ਦੇ ਵਿੱਚ ਪ੍ਰਭਾਸ਼ਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਕਿਹਾ ਹੈ ਕਿ ਮਨ ਚਿੰਦੇ ਫਲ ਨੂੰ ਵੀ ਅਸੀਂ 2 ਹਿੱਸਿਆਂ ਦੇ ਵਿੱਚ ਵੰਡ ਲੈਣਾ ਹੈ। ਇੱਕ ਹੈ ਸਰੀਰਕ ਤੇ ਇੱਕ ਹੈ ਮਾਨਸਿਕ। ਤੁਹਾਡੇ ਮਨ ਦੇ ਵਿੱਚ ਕੋਈ ਵਿਚਾਰ ਪੈਦਾ ਹੋਇਆ ਕਿ ਤੁਹਾਨੂੰ ਕੋਈ ਦੁਨਿਆਵੀ ਵਸਤੂ ਚਾਹੀਦੀ ਹੈ ਤਾਂ ਉਹ ਤੁਹਾਡੇ ਲਈ ਮਨ ਚਿੰਦੀ ਵਸਤੂ ਹੋ ਗਈ, ਮਨ ਚਿੰਦਿਆ ਫਲ ਨਹੀਂ। ਜਾਂ ਮੰਨ ਲਓ ਕਿ ਤੁਹਾਨੂੰ ਬੱਚੇ ਦੀ ਦਾਤ ਚਾਹੀਦੀ ਹੈ ਤਾਂ ਉਹ ਬੱਚਾ ਮਨ ਚਿੰਦੇ ਫਲ ਦਾ ਸਰੀਰਕ ਰੂਪਾਂਤਰਨ ਹੋਏਗਾ, ਮਨ ਚਿੰਦਿਆ ਫਲ ਨਹੀਂ। ਇੱਕ ਹੋਰ ਉਦਾਹਰਣ ਲੈ ਲਈਏ। ਮੰਨ ਲਓ ਤੁਹਾਨੂੰ ਰੁਜ਼ਗਾਰ ਚਾਹੀਦਾ ਹੈ ਤੁਹਾਡੇ ਮਨਪਸੰਦ ਦਾ, ਤਾਂ ਉਹ ਰੁਜ਼ਗਾਰ ਵੀ ਮਨ ਚਿੰਦੇ ਫਲ ਦਾ ਸਰੀਰਕ ਰੂਪਾਂਤਰਨ ਹੋਏਗਾ, ਮਨ ਚਿੰਦਿਆ ਫਲ ਨਹੀਂ। ਇਹਨਾਂ ਤਿੰਨਾਂ ਹੀ ਸਥਿਤੀਆਂ ਦੇ ਵਿੱਚ ਤੁਹਾਡਾ ਮਨ ਚਿੰਦਿਆ ਫਲ ਹੋਏਗਾ ਖੁਸ਼ੀ। ਵਸਤੂ ਦੇ ਵਿੱਚੋਂ ਵੀ ਤੁਹਾਨੂੰ ਖੁਸ਼ੀ ਮਿਲਣੀ ਹੈ, ਬੱਚੇ ਦੇ ਵਿੱਚੋਂ ਵੀ ਖੁਸ਼ੀ ਮਿਲਣੀ ਹੈ, ਰੁਜ਼ਗਾਰ ਦੇ ਵਿੱਚੋਂ ਵੀ ਖੁਸ਼ੀ ਮਿਲਣੀ ਹੈ। ਦੂਜਾ ਫਲ ਸੰਤੁਸ਼ਟੀ ਹੋ ਸਕਦਾ ਹੈ, ਤਸੱਲੀ ਹੋ ਸਕਦਾ ਹੈ। ਰੁਜ਼ਗਾਰ ਮਿਲ ਜਾਏ ਤੇ ਸੰਤੁਸ਼ਟੀ ਹੋ ਜਾਂਦੀ ਹੈ, ਤਸੱਲੀ ਹੋ ਜਾਂਦੀ ਹੈ ਕਿ ਹੁਣ ਅਸੀਂ ਆਪਣਾ ਗੁਜ਼ਾਰਾ ਕਰ ਸਕਦੇ ਹਾਂ। ਬੱਚਾ ਹੋ ਜਾਏ ਤੇ ਤਸੱਲੀ ਹੋ ਜਾਂਦੀ ਹੈ ਕਿ ਸਾਡੇ ਬੁਢਾਪੇ ਦਾ ਸਹਾਰਾ ਮਿਲ ਗਿਆ ਹੈ। ਸੋ ਸਮਝਣ ਵਾਲੀ ਗੱਲ ਹੈ ਮਨ ਚਿੰਦੇ ਫਲ ਦਾ ਸਰੀਰਕ ਤੇ ਮਾਨਸਿਕ ਰੂਪ। ਮਨ ਚਿੰਦਿਆ ਜੋ ਫਲ ਹੈ ਉਹ ਫਲ ਮਾਨਸਿਕ ਰੂਪ ਹੈ, ਉਹ ਫਲ ਉਹ ਖੁਸ਼ੀ, ਉਹ ਸੰਤੁਸ਼ਟੀ ਹੈ। ਤੇ ਜਦ ਅਸੀਂ ਪ੍ਰਮਾਤਮਾ ਦੇ ਨਾਲ ਸਾਂਝ ਬਣਾ ਲਈਏ, ਪ੍ਰਮਾਤਮਾ ਦੇ ਨਾਲ ਇੱਕਮਿਕ ਹੋ ਜਾਈਏ ਤਾਂ ਇਹ ਜੋ ਅਹਿਸਾਸ ਨੇ, ਇਹ ਖੁਸ਼ੀ ਦਾ ਅਹਿਸਾਸ, ਇਹ ਸੰਤੁਸ਼ਟੀ ਦਾ ਅਹਿਸਾਸ, ਇਹ ਸਾਡੇ ਅੰਦਰ ਸਦਾ ਹੀ ਬਣੇ ਰਹਿੰਦੇ ਨੇ। ਸੋ ਜੋ ਫਲ ਸਾਨੂੰ ਸਰੀਰਕ ਵਸਤੂਆਂ ਦੇ ਵਿੱਚੋਂ ਮਿਲਣਾ ਸੀ ਉਹ ਫਲ ਸਾਨੂੰ ਸਦਾ ਹੀ ਮਿਲਿਆ ਰਹਿੰਦਾ ਹੈ। ਸਰੀਰਕ ਵਸਤੂਆਂ ਮਾਤਰ ਵਰਤਣ ਦਾ ਇੱਕ ਸਾਧਨ ਰਹਿ ਜਾਂਦੀਆਂ ਨੇ, ਉਹਨਾਂ ਦੇ ਨਾਲ ਸਾਡੇ ਅਹਿਸਾਸ ਨਹੀਂ ਜੁੜ ਪਾਉਂਦੇ। ਸਾਡੀ ਖੁਸ਼ੀ ਸਰੀਰਕ ਵਸਤੂ 'ਤੇ ਨਿਰਭਰ ਨਹੀਂ ਹੁੰਦੀ, ਸਾਡੀ ਖੁਸ਼ੀ ਰੁਜ਼ਗਾਰ 'ਤੇ ਵੀ ਨਿਰਭਰ ਨਹੀਂ ਹੁੰਦੀ। ਅਸੀਂ ਖੁਸ਼ ਤੇ ਸੰਤੁਸ਼ਟ ਚੱਤੋ ਪਹਿਰ ਹੀ ਰਹਿਣ ਲੱਗਦੇ ਹਾਂ। ਰੁਜ਼ਗਾਰ ਸਾਡੇ ਲਈ ਆਪਣਾ ਗੁਜ਼ਾਰਾ ਕਰਨ ਦਾ ਇੱਕ ਸਾਧਨ ਹੋ ਜਾਂਦਾ ਹੈ, ਸਾਡੀ ਖੁਸ਼ੀ ਦਾ ਸਰੋਤ ਨਹੀਂ, ਸਾਡੀ ਸੰਤੁਸ਼ਟੀ ਦਾ ਸਰੋਤ ਨਹੀਂ। ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਗੁਰਬਾਣੀ ਦੇ ਵਿੱਚੋਂ ਮਿਲਣ ਵਾਲੀਆਂ ਸਿੱਖਿਆਵਾਂ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਸਹਾਈ ਸਿੱਧ ਹੋਣਗੀਆਂ। ਇਸੇ ਸੰਦੇਸ਼ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।